ਇਸੇ ਲਈ ਹਜ਼ੂਰ ਕਹਿੰਦੇ ਬਈ ਸਤਿਗੁਰੂ ਦੇ ਨਾਲ ਮਿਲਣ ਕਰਕੇ ਅਸਾਂ ਇਹ ਫਲ ਪ੍ਰਾਪਤ ਕੀਤਾ ਹੈ ਵੀ ਜਿਸ ਗੁਰੂ ਦੇ ਨਾਲ ਮਿਲਣ ਕਰਕੇ ਵਿੱਚੋਂ ਹੰਕਾਰ ਚੁਕਾ ਦਿੱਤਾ ਹੈ। ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤਕ ਆਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੁਰਮਤ ਕਾ ਦੁੱਖ ਕਟਿਆ, ਜਿਹੜਾ ਖੋਟੀ ਮਤ ਦਾ ਦੁੱਖ ਸੀ ਨਾ ਉਹ ਵੀ ਸਤਿਗੁਰੂ ਨੇ ਕੱਟ ਦਿੱਤਾ। ਭਾਗ ਬੈਠਾ ਮਸਤਕ ਆਏ ਜਿਉ, ਹੁਣ ਜਿਹੜਾ ਚੰਗਾ ਭਾਗ ਹੈ ਮਿਲਾਪੜਾ ਭਾਗ ਹੈ ਉਹ ਸਾਡੇ ਮੱਥੇ ਤੇ ਆ ਕੇ ਬੈਠ ਗਿਆ। ਇਹ ਪਿਆਰੇ ਜੀਓ ਭਾਵ ਸਤਿਗੁਰੂ ਨੂੰ ਮਿਲ ਕੇ ਸਭ ਤੋਂ ਪਹਿਲਾਂ ਹੰਕਾਰ ਨੂੰ ਅਸਾਂ ਨਿਵਰਤ ਕੀਤਾ ਤੇ ਫਿਰ ਖੋਟੀ ਮਤ ਨੂੰ ਦੂਰ ਕੀਤਾ। ਜਦੋਂ ਗੁਰੂ ਦੀ ਮਤ ਨੂੰ ਧਾਰਨ ਕਰ ਲਈਏ ਖੋਟੀ ਮਤ ਦਾ ਦੁੱਖ ਨਾਸ ਹੋ ਜਾਂਦਾ ਤੇ ਹੁਣ ਐਸੀ ਗੁਰੂ ਦੀ ਬਖਸ਼ਿਸ਼ ਹੋ ਰਹੀ ਹੈ ਤੇ ਉਹ ਭਾਗ ਜਿਸ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਭਾਗ ਹੋਆ ਗੁਰ ਸੰਤ ਮਿਲਾਇਆ, ਉਥੇ ਸੰਤ ਅਕਾਲ ਪੁਰਖ ਵਾਹਿਗੁਰੂ ਦਾ ਵਾਚਕ ਹੈ ਕਿਉਂਕਿ ਗੁਰੂ ਵਿਚੋਲਾ ਹੈ। ਭਾਗ ਹੋਆ ਜਦੋਂ ਚੰਗਾ ਭਾਗ ਉਦੇ ਹੋਇਆ ਤੇ ਗੁਰੂ ਨੇ ਸੰਤ ਅਕਾਲ ਪੁਰਖ ਨੂੰ ਮਿਲਾ ਦਿੱਤਾ। ਉਹ ਸੰਤ ਕੌਣ ਸੀ? ਪ੍ਰਭ ਅਬਨਾਸੀ ਘਰ ਮੈਂ ਪਾਇਆ। ਅੱਗੇ ਸਪਸ਼ਟ ਕਰ ਦਿੱਤਾ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਅਬਨਾਸ਼ੀ ਨਾਸ ਤੋਂ ਰਹਿਤ ਸੀ ਉਹਨੂੰ ਅਸਾਂ ਘਰ ਦੇ ਵਿੱਚੋਂ ਹੀ ਪ੍ਰਾਪਤ ਕਰ ਲਿਆ। ਇਉਂ ਉਹ ਭਾਗ ਜਿਸ ਦੁਆਰਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਉਹ ਮੱਥੇ ਤੇ ਆ ਕੇ ਬੈਠ ਗਿਆ ਹੈ। ਅੰਮ੍ਰਿਤ ਤੇਰੀ ਬਾਣੀਆ ਤੇਰਿਆ ਭਗਤਾ ਹਿਰਦੈ ਸਮਾਣੀਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੀਆਂ ਬਾਣੀਆਂ ਅੰਮ੍ਰਿਤ ਰੂਪ ਨੇ। ਭਾਵ ਇੱਕ ਤਾਂ ਸਮੁੱਚੀ ਬਾਣੀ ਹੈ ਨਾ ਤੇ ਦੂਸਰੀਆਂ ਬਾਣੀਆਂ ਇਹ ਬਹੁ ਵਚਨ ਹੈ ਵੀ ਜਿਵੇਂ ਅਲੱਗ-ਅਲੱਗ ਬਾਣੀਆਂ ਦੇ ਸਰੂਪ ਨੇ। ਜਪਜੀ ਸਾਹਿਬ ਇੱਕ ਬਾਣੀ ਹੈ, ਇਸੇ ਤਰ੍ਹਾਂ ਆਨੰਦ ਸਾਹਿਬ ਵੱਖਰੀ ਬਾਣੀ ਹੈ, ਸੁਖਮਨੀ ਸਾਹਿਬ ਹੈ, ਆਸਾ ਜੀ ਦੀ ਵਾਰ ਹੈ, ਸਿੱਧ ਗੋਸ਼ਟ ਹੈ, ਦੱਖਣੀ ਓੰਕਾਰ ਹੈ, ਇਹ ਵੱਖੋ ਵੱਖਰੀਆਂ ਬਾਣੀਆਂ ਨੇ। ਹਜ਼ੂਰ ਕਹਿੰਦੇ ਅੰਮ੍ਰਿਤ ਤੇਰੀ ਬਾਣੀਆਂ, ਹੈ ਵਾਹਿਗੁਰੂ ਜੀ ਤੇਰੀਆਂ ਬਾਣੀਆਂ ਅੰਮ੍ਰਿਤ ਰੂਪ ਹਨ। ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਜਿਹੜੇ ਤੇਰੇ ਭਗਤ ਨੇ ਉਹਨਾਂ ਦੇ ਹਿਰਦੇ ਵਿੱਚ ਤੇਰੀਆਂ ਬਾਣੀਆਂ ਸਮਾ ਰਹੀਆਂ ਹਨ, ਵਸ ਰਹੀਆਂ ਹਨ। ਸੁਖ ਸੇਵਾ ਅੰਦਰ ਰੱਖੀਐ ਆਪਣੀ ਨਦਰ ਕਰਹਿ ਨਿਸਤਾਰ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਸੁਖ ਸੇਵਾ ਦੇ ਅੰਦਰ ਟਿਕਾਇਆ ਹੋਇਆ ਹੈ। ਜੇ ਕਿਸੇ ਨੇ ਆਤਮਿਕ ਸੁਖ ਪ੍ਰਾਪਤ ਕਰਨਾ ਹੈ ਜਾਂ ਬ੍ਰਹਮਾਨੰਦ ਵੀ ਪ੍ਰਾਪਤ ਕਰਨਾ ਹੈ ਤੇ ਫਿਰ ਗੁਰੂ ਦੀ ਸੇਵਾ ਕਰੋ ਤੇ ਗੁਰੂ ਦੀ ਸੇਵਾ ਦੇ ਅੰਦਰ ਹੀ ਸੁਖ ਰੱਖਿਆ ਹੋਇਆ ਹੈ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਅਸਲੀ ਸੁਖ ਗੁਰੂ ਦੀ ਸੇਵਾ ਦੇ ਵਿੱਚ ਹੀ ਹੈ। ਸੁਖ ਸੇਵਾ ਅੰਦਰ ਰੱਖਿਆ, ਉਸ ਵਾਹਿਗੁਰੂ ਨੇ ਸੇਵਾ ਦੇ ਅੰਦਰ ਹੀ ਸੁਖ ਨੂੰ ਟਿਕਾਇਆ ਹੋਇਆ ਹੈ। ਆਪਣੀ ਨਜ਼ਰ ਕਰਹਿ ਨਿਸਤਾਰ ਜਿਉ, ਹੈ ਪਿਆਰੇ ਜੀਓ ਜਿਸ ਉਤੇ ਤੁਸੀਂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਹੋ ਤੇ ਉਸ ਦਾ ਨਿਸਤਾਰਾ ਕਰ ਦਿੰਦੇ ਹੋ, ਉਸ ਦਾ ਪਾਰੋ ਤਾਰਾ ਕਰ ਦਿੰਦੇ ਹੋ। ਸਤਿਗੁਰ ਮਿਲਿਆ ਜਾਣੀਐ ਜਿਤ ਮਿਲੈ ਨਾਮ ਵਖਾਣੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਖਾਲਸਾ ਜੀ ਸਤਿਗੁਰ ਮਿਲਿਆ ਜਾਣੀਐ, ਬਈ ਸਤਿਗੁਰੂ ਨੂੰ ਉਹ ਅਸਲੀ ਮਿਲਿਆ ਹੋਇਆ ਜਾਣੀਦਾ ਹੈ। ਜਿਤ ਮਿਲਿਆ ਨਾਮ ਵਖਾਣੀਐ, ਜਿਸ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਨਾਮ ਜਪਣ ਦਾ ਚਾਅ ਤੇ ਉਮਾ ਪੈਦਾ ਹੋਵੇ। ਅਸਲੀ ਸਤਿਗੁਰੂ ਨੂੰ ਮਿਲਿਆ ਹੋਇਆ ਉਹ ਗੁਰਸਿੱਖ ਜਾਣੀਦਾ ਹੈ ਜਿਸ ਮਹਾਂਪੁਰਖ ਦੇ ਨਾਲ ਮਿਲਣ ਕਰਕੇ ਤੇ ਨਾਮ ਜਪਣ ਵਾਸਤੇ ਮਨ ਉਤਸ਼ਾਹਤ ਹੋ ਜਾਵੇ। ਸਤਿਗੁਰ ਬਾਝ ਨ ਪਾਇਓ ਸਭ ਥਕੀ ਕਰਮ ਕਮਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਤੋਂ ਬਿਨਾਂ ਕਿਸੇ ਨੇ ਵੀ ਉਸ ਨਾਮ ਨੂੰ ਨਹੀਂ ਪ੍ਰਾਪਤ ਕੀਤਾ। ਸਭ ਥਕੀ ਕਰਮ ਕਮਾਏ ਜਿਉ, ਹੈ ਪਿਆਰੇ ਜੀਓ ਜਿੰਨੀ ਵੀ ਸ੍ਰਿਸ਼ਟੀ ਹੈ
ਉਹ ਅਨੇਕਾਂ ਤਰ੍ਹਾਂ ਦੇ ਕਰਮ, ਤੀਰਥ, ਵਰਤ, ਦਾਨ ਆਦਿ ਕਰ ਕਰਕੇ ਥੱਕ ਗਈ ਹੈ, ਪਰ ਕਿਸੇ ਨੂੰ ਵੀ ਨਾਮ ਨਹੀਂ ਪ੍ਰਾਪਤ ਹੋ ਸਕਿਆ, ਕਿਉਂਕਿ ਨਾਮ ਤੇ ਗੁਰੂ ਦੀ ਕਿਰਪਾ ਨਾਲ ਮਿਲਣਾ। ਤੇ ਹੁਣ ਗੁਰੂ ਦੀ ਕੋਈ ਆ ਕੇ ਸੇਵਾ ਕਰੇਗਾ ਤੇ ਗੁਰੂ ਦੀ ਕਿਰਪਾ ਤਾਂ ਹੋਣੀ ਹੈ। ਹੁਣ ਜਿਹੜੇ ਸਤਿਗੁਰੂ ਦੇ ਕੋਲ ਤਾਂ ਆਉਂਦੇ ਨਹੀਂ ਤੇ ਹੋਰ ਧਰਮ ਕਰਮ ਕਾਂਡ ਕਰੀ ਜਾਂਦੇ ਨੇ, ਤੇ ਬਈ ਉਹਨਾਂ ਨੂੰ ਕਦੇ ਨਾਮ ਨਹੀਂ ਪ੍ਰਾਪਤ ਹੋ ਸਕਦਾ। ਹਉ ਸਤਿਗੁਰ ਵਿਟਹੁ ਘੁਮਾਇਆ, ਜਿਨ ਭ੍ਰਮ ਭੁਲਾ ਮਾਰਗ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਸਤਿਗੁਰੂ ਤੋਂ ਘੁਮਾਇਆ ਦਾ ਅਰਥ ਹੈ ਕੁਰਬਾਨ ਜਾਣੇ ਹਾਂ, ਜਿਸ ਨੇ ਭਰਮ ਭੁੱਲਾ, ਭਰਮ ਦੇ ਵਿੱਚ ਭੁੱਲੇ ਹੋਏ ਜੀਵ ਨੂੰ ਸਹੀ ਰਸਤੇ ਤੇ ਪਾ ਦਿੱਤਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਈ ਜਿਸ ਸਤਿਗੁਰੂ ਦੀ ਕਿਰਪਾ ਦੁਆਰਾ ਭੁੱਲਿਆਂ ਭਟਕਿਆਂ ਨੂੰ ਸਹੀ ਰਸਤਾ ਪ੍ਰਾਪਤ ਹੁੰਦਾ ਹੈ, ਅਸੀਂ ਐਸੇ ਸਤਿਗੁਰੂ ਤੋਂ ਬਲਿਹਾਰ ਜਾਣੇ ਹਾਂ। ਨਦਰ ਕਰੇ ਜੇ ਆਪਣੀ, ਆਪੇ ਲੈ ਰਲਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਨਜ਼ਰ ਕਰ ਦੇਵੇ, ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਆਪੇ ਲੈ ਰਲਾਏ ਜਿਉ। हे ਪਿਆਰੇ ਜੀਓ, ਉਸ ਰੂਹ ਨੂੰ, ਉਸ ਜਗਿਆਸੂ ਨੂੰ ਉਹ ਵਾਹਿਗੁਰੂ ਆਪਣੇ ਨਾਲ ਰਲਾ ਲੈਂਦਾ ਹੈ। ਤੂੰ ਸਭਨਾ ਮਾਹਿ ਸਮਾਇਆ, ਤਿਨ ਕਰਤੈ ਆਪ ਲੁਕਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, हे ਵਾਹਿਗੁਰੂ ਜੀ, ਤੂੰ ਸਭਨਾ ਮਾਹਿ ਸਮਾਇਆ, ਤੂੰ ਤੇ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਤਿਨ ਕਰਤਾ ਆਪ ਲੁਕਾਇਆ, ਪਰ ਹਜ਼ੂਰ ਕਹਿੰਦੇ ਉਸ ਕਰਤਾ ਪੁਰਖ ਨੇ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੋਇਆ ਹੈ। ਵਹ ਸਾਰਿਆਂ ਦੇ ਵਿੱਚ ਰਿਹਾ ਹੈ, ਪਰ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬਚਨ ਹਨ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਲ ਗੁਪਤੋ ਵਰਤੈ। ਤਿਨ ਕਰਤਾ ਆਪ ਲੁਕਾਇਆ, ਜਲ ਥਲ ਮਹੀਲ ਗੁਪਤੋ ਵਰਤੈ, ਗੁਰਸ਼ਬਦੀ ਦੇਖ ਨਿਹਾਰੀ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਬੜੀ ਸੁੰਦਰ ਉਦਾਹਰਣ ਦੇ ਕੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਉਹ ਵਾਹਿਗੁਰੂ ਕਿਵੇਂ ਅਦ੍ਰਿਸ਼ਟ ਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਆਲੇਪਾ, ਤੋਹੀ ਸੰਗ ਸਮਾਈ। ਕਿਵੇਂ ਸਮਾਰਿਆ ਹੈ? ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੁੰਦੀ ਹੈ, ਫੁੱਲ ਤੇ ਨਜ਼ਰ ਆਉਂਦਾ ਪਰ ਸੁਗੰਧੀ ਨਹੀਂ ਦਿਸਦੀ। ਤਿਨ ਕਰਤਾ ਆਪ ਲੁਕਾਇਆ। ਇਸ ਤਰ੍ਹਾਂ ਵਾਹਿਗੁਰੂ ਨੇ ਸਾਰੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਲੁਕਾ ਕੇ ਰੱਖਿਆ ਹੋਇਆ ਹੈ। ਜਿਵੇਂ ਸਤਿਗੁਰੂ ਨੇ ਹੋਰ ਵੀ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਹੈ ਪਰ ਗੁਪਤ ਹੈ, ਤੇ ਜਿੰਨੇ ਵੀ ਦੁੱਧ ਨੇ, ਚਾਹੇ ਮੱਝਾਂ ਦਾ ਦੁੱਧ ਹੈ ਤੇ ਚਾਹੇ ਗਾਵਾਂ ਦਾ ਦੁੱਧ ਹੈ, ਚਾਹੇ ਬੱਕਰੀਆਂ ਭੇਡਾਂ ਦਾ ਦੁੱਧ ਹੈ, ਉਹਦੇ ਵਿੱਚ ਵੀ ਘਿਓ ਦੀ ਅੰਸ਼ ਜ਼ਰੂਰ ਹੁੰਦੀ ਹੈ। ਭਾਵੇਂ ਪਹਿਲਾਂ ਨਜ਼ਰ ਨਹੀਂ ਆਉਂਦਾ, ਪਰ ਜਦੋਂ ਉਸ ਨੂੰ ਆਪਾਂ ਰਿੜਕਦੇ ਹਾਂ ਜਾਂ ਕਿਸੇ ਹੋਰ ਢੰਗ ਦੇ ਨਾਲ ਕਰੀਮ ਕੱਢਦੇ ਹਾਂ ਤੇ ਫਿਰ ਉਹਦੇ ਵਿੱਚੋਂ ਮੱਖਣ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਉਹ ਵਾਹਿਗੁਰੂ ਹੈ ਤੇ ਸਾਰਿਆਂ ਵਿੱਚ ਵਸ ਰਿਹਾ ਹੈ। ਜਿਵੇਂ ਸਾਰੀ ਧਰਤੀ ਦੇ ਹੇਠਾਂ ਪਾਣੀ ਹੈ, ਇਸ ਸਚਾਈ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਪਰ ਜੇ ਹੁਣ ਕੋਈ ਆਦਮੀ ਖੁਸ਼ਕ ਧਰਤੀ ਤੇ ਖਲੋ ਕੇ ਇਹ ਕਹਿ ਦੇਵੇ ਵੀ ਇੱਥੇ ਤਾਂ ਪਾਣੀ ਹੈ ਨਹੀਂ, ਠੀਕ ਹੈ, ਉੱਤੇ ਤਾਂ ਭਾਵੇਂ ਪਾਣੀ ਨਾ ਹੋਵੇ, ਪਰ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਧਰਤੀ ਦੇ ਹੇਠਾਂ ਦੇ ਪਾਣੀ ਹੈ ਨਾ, ਔਰ ਇਹਦੇ ਬਾਰੇ ਤਾਂ ਮੰਨਣਾ ਪਵੇਗਾ ਹਰ ਕਿਸੇ ਨੂੰ। ਇਸੇ ਲਈ ਹਜ਼ੂਰ ਕਹਿੰਦੇ, ਜਿਵੇਂ ਧਰਤੀ ਵਿੱਚ ਪਾਣੀ ਗੁਪਤ ਹੋ ਕੇ ਵਸ ਰਿਹਾ ਹੈ ਤੇ ਬਨਸਪਤੀ ਵਿੱਚ ਅੱਗ ਗੁਪਤ ਰੂਪ ਹੋ ਕੇ ਵਰਤ ਰਹੀ ਹੈ, ਤੇ ਇਸੇ ਤਰ੍ਹਾਂ ਫੁੱਲ ਦੇ ਵਿੱਚ ਸੁਗੰਧੀ ਗੁਪਤ ਰੂਪ ਹੋ ਕੇ ਵਰਤ ਰਹੀ ਹੈ। ਜਿੰਨੇ ਪਦਾਰਥ ਨੇ, ਜਿੰਨੇ ਮੇਵੇ ਹਨ, ਜਿੰਨੇ ਫਰੂਟ ਨੇ, ਜਿੰਨੇ ਫਲ ਨੇ, ਉਹਨਾਂ ਵਿੱਚ ਇੱਕ ਰਸ ਗੁਪਤ ਰੂਪ ਹੋ ਕੇ ਵਸ ਰਿਹਾ ਹੁੰਦਾ ਹੈ। ਤਿਨ ਕਰਤਾ ਆਪ ਲੁਕਾਇਆ। ਇਸੇ ਤਰ੍ਹਾਂ ਉਸ ਕਰਤਾ ਪੁਰਖ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ। ਨਾਨਕ ਗੁਰਮੁਖ ਪ੍ਰਗਟ ਹੋਇਆ,
ਜਾਂ ਕੋ ਜੋਤ ਧਰੀ ਕਰਤਾਰ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਮੁਖ ਗੁਰੂ ਦੁਆਰਾ ਉਹ ਪ੍ਰਗਟ ਹੋਇਆ ਹੈ। ਜਿਹੜਾ ਵਾਹਿਗੁਰੂ ਸਾਰਿਆਂ ਵਿੱਚ ਵਸ ਰਿਹਾ ਸੀ ਤੇ ਗੁਪਤ ਰੂਪ ਹੋ ਕੇ ਵਸ ਰਿਹਾ ਸੀ, ਉਹ ਗੁਰੂ ਦੁਆਰਾ ਪ੍ਰਗਟ ਹੋਇਆ। ਜਾ ਕੋ ਜੋ ਤਰੀ ਕਰਤਾਰ ਜਿਉ, ਜਿਸ ਗੁਰੂ ਦੇ ਅੰਦਰ ਉਸ ਕਰਤਾਰ ਕਰਤਾ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਨੂੰ ਰੱਖਿਆ ਹੋਇਆ ਹੈ। ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਉਸ ਵਾਹਿਗੁਰੂ ਦੀ ਜੋਤ ਗੁਰੂ ਦੇ ਵਿੱਚ ਵਸ ਰਹੀ ਹੈ। ਜਾਂ ਕੋ ਜੋ ਤਰੀ ਕਰਤਾਰ ਜਿਉ, ਜਿਸ ਗੁਰੂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ, ਆਪਣੀ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ, ਆਪਣੀ ਆਤਮਕ ਜੋਤ ਨੂੰ ਵਿਦਮਾਨ ਕੀਤਾ ਹੋਇਆ ਹੈ, ਤੇ ਬ੍ਰਹਮ ਗਿਆਨ ਦੀ ਜੋਤ ਜਿਸ ਦੇ ਅੰਦਰ ਜਗ ਰਹੀ ਹੈ, ਕਿ ਉਸ ਗੁਰੂ ਦੁਆਰਾ ਉਹ ਵਾਹਿਗੁਰੂ ਪ੍ਰਗਟ ਹੋਇਆ ਹੈ। ਆਪੇ ਖਸਮ ਨਿਵਾਜਿਆ, ਜੀਉ ਪਿੰਡ ਦੇ ਸਾਜਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਪੇ ਖਸਮ ਨਿਵਾਜਿਆ, ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ, ਖਸਮ ਦਾ ਅਰਥ ਹੈ ਮਾਲਕ, ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਭਾਈ ਹਰ ਜੀਵ ਨੂੰ ਨਵਾਜਿਆ ਹੈ, ਮਾਣ ਸਤਕਾਰ ਦਿੱਤਾ ਹੈ। ਜੀਉ ਪਿੰਡ ਦੇ ਸਾਜਿਆ, ਜੀਉ ਜਿੰਦ ਜਾਨ ਤੇ ਪਿੰਡ ਸਰੀਰ ਦੇ ਕੇ ਪਹਿਲਾਂ ਸਾਡੇ ਸਰੀਰ ਨੂੰ ਸਾਜਣਾ ਕੀਤਾ ਹੈ, ਤੇ ਫਿਰ ਅੱਗੇ ਨਾਲ ਨਵਾਜਿਆ ਵੀ ਹੈ, ਵਡਿਆਈ ਵੀ ਦਿੱਤੀ ਹੈ। ਆਪਣੇ ਸੇਵਕ ਕੀ ਪੈਜ ਰੱਖੀਆ, ਦੁਇ ਕਰ ਮਸਤਕ ਧਾਰ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਸੇਵਕ ਦੀ ਪੈਜ ਦਾ ਅਰਥ ਹੈ ਇੱਜ਼ਤ ਅਥਵਾ ਵਡਿਆਈ ਤੇ ਪ੍ਰਤੱਗਿਆ। ਇਹ ਤਿੰਨੇ ਚੀਜ਼ਾਂ ਨੂੰ ਵਾਹਿਗੁਰੂ ਨੇ ਕਾਇਮ ਰੱਖਿਆ। ਆਪਣੇ ਸੇਵਕ ਦੀ ਵਡਿਆਈ ਨੂੰ, ਉਹਦੀ ਇੱਜ਼ਤ ਨੂੰ, ਉਹਦੀ ਪ੍ਰਤੱਗਿਆ ਨੂੰ ਕਾਇਮ ਰੱਖਿਆ। ਦੋਇ ਕਰ ਮਸਤਕ ਧਾਰ ਜਿਉ, ਹੈ ਪਿਆਰੇ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਦੋਵੇਂ ਹੱਥ ਹੀ ਉਹਨਾਂ ਦੇ ਮੱਥੇ ਤੇ ਰੱਖ ਦਿੱਤੇ ਨੇ। ਉਂਝ ਤਾਂ ਇੱਕ ਹੱਥ ਹੀ ਆਪਾਂ ਰੱਖਦੇ ਆ ਨਾ, ਕਈ ਕਹਿੰਦੇ ਸਾਡੇ ਸਿਰ ਤੇ ਹੱਥ ਰੱਖੋ, ਪਰ ਹਜ਼ੂਰ ਕਹਿੰਦੇ ਅਕਾਲ ਪੁਰਖ ਨੇ ਉਹਨਾਂ ਦੇ ਸਿਰ ਉੱਤੇ ਦੋਵੇਂ ਹੱਥ ਰੱਖ ਦਿੱਤੇ। ਆਪ ਪੂਰਨ ਕਿਰਪਾ ਕੀਤੀ ਹੈ, ਇਸੇ ਲਈ ਉਹਨਾਂ ਮਹਾਂਪੁਰਖਾਂ ਨੂੰ ਲੋਕ ਤੇ ਪ੍ਰਲੋਕ ਦੇ ਵਿੱਚ ਸਤਕਾਰ ਮਿਲਦਾ ਹੈ। ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕਿਛ ਜਾਣਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਤਾਂ ਸਾਰੇ ਜਿੰਨੇ ਸੰਜਮ ਸਾਧਨ ਸਨ, ਕੋਈ ਵਰਤ ਨੇਮ ਤੀਰਥ ਇਸ਼ਨਾਨ ਆਦਿਕ ਸਾਰੇ ਹੀ ਰਹਿ ਗਏ, ਤੇ ਸਿਆਣਪਾਂ ਵੀ ਸਾਰੀਆਂ ਰਹਿ ਗਈਆਂ ਨੇ। ਕਿਉਂ? ਮੇਰਾ ਪ੍ਰਭ ਸਭ ਕੁਝ ਜਾਣਦਾ। ਉਹ ਮੇਰਾ ਵਾਹਿਗੁਰੂ ਅੰਤਰਜਾਮੀ ਹੈ, ਉਹ ਸਭ ਕੁਝ ਜਾਣਦਾ ਹੈ, ਜੋ ਵੀ ਕੁਝ ਅਸੀਂ ਕਰਦੇ ਹਾਂ ਨਾ, ਔਰ ਉਸ ਦੀ ਅੰਤਰ ਆਤਮਾ ਨੂੰ ਜਾਣਦਾ ਹੈ। ਇਸ ਲਈ ਇਹਨਾਂ ਧਰਮਾਂ ਕਰਮਾਂ ਦੁਆਰਾ, ਇਹਨਾਂ ਚੁਸਤੀਆਂ ਚਲਾਕੀਆਂ ਚਤਰਾਈਆਂ ਸਿਆਣਪਾਂ ਦੁਆਰਾ ਵਾਹਿਗੁਰੂ ਪਰਮੇਸ਼ਰ ਨਹੀਂ ਕਿਸੇ ਨੂੰ ਮਿਲ ਸਕਦਾ। ਇਸ ਲਈ ਜਿਹਦੇ ਅੰਦਰ ਨਾਮ ਵਸ ਜਾਵੇ, ਜਿਹਦੇ ਅੰਦਰ ਭਗਤੀ ਭਾਵ ਵਸ ਜਾਵੇ, ਉਹਨੂੰ ਰੱਬ ਮਿਲਦਾ। ਭੋਲੇ ਪਾਏ ਮਿਲੇ ਰਗ ਰਾਇਆ, ਚਤਰਾਈ ਨਾ ਚਤਰ ਭੁਜ ਪਾਈ ਹੈ। ਚਤਰਾਈ ਨਾਲ ਨਹੀਂ ਪਰਮੇਸ਼ਰ ਮਿਲਦਾ, ਤੇ ਜੇ ਪਰਮੇਸ਼ਰ ਮਿਲਦਾ ਹੈ ਭੋਲੇ ਪਾਏ ਮਿਲੇ ਰਗ ਰਾਇਆ, ਅਥਵਾ ਗੋਬਿੰਦ ਪਾਓ ਭਗਤ ਦਾ ਭੁੱਖਾ, ਭਗਤੀ ਤੋਖਤ ਦੀਨ ਕਿਰਪਾਲਾ, ਗੁਣੇ ਨਾ ਕਿਤ ਹੀ ਹੈ ਭਿੱਗਾ। ਉਹ ਮੇਰਾ ਮਾਲਕ ਅੰਤਰਜਾਮੀ ਸਭ ਕੁਝ ਜਾਣਦਾ ਹੈ। ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੈ ਜੈਕਾਰ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰਗਟ ਪ੍ਰਤਾਪ ਵਰਤਾਇਓ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਪ੍ਰਤਾਪ ਪ੍ਰਗਟ ਰੂਪ ਕਰਕੇ ਸੰਸਾਰ ਵਿੱਚ ਵਰਤਾ ਦਿੱਤਾ ਹੈ। ਸਭ ਲੋਕ ਕਰੈ ਜੈਕਾਰ ਜੀਓ। ਹੁਣ ਸਾਰੇ ਹੀ ਲੋਕ, ਇਹ ਸਾਰਾ ਸੰਸਾਰ ਹੀ ਪਾਈ ਜੈ ਜੈਕਾਰ ਕਰ ਰਿਹਾ ਹੈ ਪਿਆਰੇ ਜੀਓ। ਜਿਵੇਂ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਨੇ, ਪ੍ਰਗਟ ਪ੍ਰਤਾਪ ਵਰਤਾਇਓ। ਚਤਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ੰਦ ਰਹਾਓ, ਜੋ ਮੰਗਾ ਹੈ ਠਾकुर अपने ते। सोई सोई देवै, नानक दास मुख ते। जो बोलै ईहां ऊहां सच होवै। ਇਹ ਵਾਹਿਗੁਰੂ ਦਾ ਪ੍ਰਗਟ ਪ੍ਰਤਾਪ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ,
ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਇਹ ਪ੍ਰਗਟ ਪ੍ਰਤਾਪ ਵਰਤਾਇਓ, ਆਪਣਾ ਪ੍ਰਤਾਪ ਪ੍ਰਗਟ ਰੂਪ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਵਰਤਾਇਆ ਹੈ। ਇਸੇ ਲਈ ਸਭ ਲੋਕ ਕਰੇ ਜੈਕਾਰ, ਜਿਉ ਸਾਰਾ ਹੀ ਲੋਕ ਸਾਰਾ ਸੰਸਾਰ ਹੀ ਫਿਰ ਉਸ ਵਾਹਿਗੁਰੂ ਦੀ ਜੈ ਜੈਕਾਰ ਕਰ ਰਿਹਾ ਹੈ। ਮੇਰੇ ਗੁਣ ਅਵਗਨ ਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸਮਾਰਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਬੜਾ ਦਿਆਲੂ ਕਿਰਪਾਲੂ ਹੈ। ਉਸਨੇ ਮੇਰੇ ਗੁਣਾਂ ਤੇ ਔਗੁਣਾਂ ਨੂੰ ਬਿਲਕੁਲ ਨਹੀਂ ਵਿਚਾਰਿਆ, ਪ੍ਰਭ ਆਪਣਾ ਬਿਰਦ ਸੰਭਾਰਿਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਬਿਰਦ ਜਿਹੜਾ ਉਸ ਦਾ ਧਾਰਮਿਕ ਨਿਯਮ ਸੀ ਉਹਨੂੰ ਸੰਭਾਲਿਆ। ਉਸ ਦਾ ਧਾਰਮਿਕ ਨਿਯਮ ਕੀ ਹੈ? ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਉਸ ਵਾਹਿਗੁਰੂ ਦਾ ਬਿਰਦ ਹੈ, ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੇ, ਕਰ ਉਪਦੇਸ਼ ਝੜਕੇ ਬਹੁ ਪਾਂਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਉਸ ਵਾਹਿਗੁਰੂ ਨੇ ਸਾਡੇ ਗੁਣਾ ਔਗੁਣਾਂ ਦੀ ਕੋਈ ਵਿਚਾਰ ਨਹੀਂ ਕੀਤੀ, ਉਸਨੇ ਆਪਣਾ ਬਿਰਦ ਸੰਭਾਲਿਆ, ਭਾਵ ਸ਼ਰਨ ਆਇਆਂ ਦੀ ਲਾਜ ਰੱਖੀ ਹੈ। ਕੰਠ ਲਾਏ ਕੈ ਰੱਖਿਓਨ, ਲਗੈ ਨ ਤਤੀ ਵਾਉ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਕੰਠ ਦੇ ਨਾਲ ਲਾ ਕੇ, ਆਪਣੇ ਗਲ ਦੇ ਨਾਲ ਲਾ ਕੇ ਸਾਨੂੰ ਰੱਖਿਆ ਹੈ। ਲੱਗੈ ਨਾ ਤਤੀ ਵਾਉ ਜਿਉ। ਹੋਏ ਪਿਆਰਿਓ, ਹੁਣ ਸਾਨੂੰ ਤਤੀ ਵਾਹ ਦੁੱਖ ਦੀ ਨਹੀਂ ਲੱਗ ਸਕਦੀ। ਜਿਵੇਂ ਕੋਈ ਬੱਚਾ ਡਰਿਆ ਹੋਇਆ ਤੇ ਆਪਣੀ ਮਾਂ ਦੀ ਗੋਦ ਵਿੱਚ ਆ ਕੇ ਗਲ ਨੂੰ ਚਿੰਬੜ ਜਾਂਦਾ ਹੈ ਤੇ ਫਿਰ ਉਹਨੂੰ ਸਾਰਾ ਦੁੱਖ ਇੱਕ ਵਾਰੀ ਭੁੱਲ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਤੇ ਜਦੋਂ ਭੁੱਲੇ ਭਟਕੇ ਹੋਏ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਤੇ ਵਾਹਿਗੁਰੂ ਆਪਣੇ ਗਲ ਦੇ ਨਾਲ ਲਾ ਕੇ ਉਹਨਾਂ ਨੂੰ ਰੱਖਦਾ ਹੈ ਤੇ ਫਿਰ ਉਹਨਾਂ ਨੂੰ ਕਦੇ ਤੱਤੀ ਵਾਹ ਨਹੀਂ ਲੱਗਣ ਦਿੰਦਾ। ਮੈਂ ਮਨ ਤਨ ਪ੍ਰਭੂ ਤੇ ਆਇਆ, ਜਿਏ ਇਛਿਆੜਾ ਫਲ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਮੈਂ ਆਪਣੇ ਮਨ ਤੇ ਤਨ ਦੇ ਅੰਦਰ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ ਹੈ, ਭਾਵ ਉਸ ਦਾ ਸਿਮਰਨ ਕੀਤਾ ਹੈ। ਜੀ ਇਛਿਆੜਾ ਫਲ ਪਾਇਆ, ਤੇ ਇਸ ਦਾ ਫਲ ਜੋ ਵੀ ਅਸੀਂ ਜੀਏ ਦਾ ਅਰਥ ਹੈ ਆਪਣੇ ਜੀ ਵਿੱਚ, ਆਪਣੇ ਦਿਲ ਵਿੱਚ ਚਾਹੁੰਦੇ ਸਾਂ ਤੇ ਉਹੀ ਅਸੀਂ ਫਲ ਪ੍ਰਾਪਤ ਕਰ ਲਿਆ। ਇਛਿਆੜਾ ਦਾ ਅਰਥ ਹੈ ਚਾਹੁੰਦੇ ਸਾਂ, ਜੋ ਵੀ ਅਸੀਂ ਜੀ ਦੇ ਵਿੱਚ ਚਾਹੁੰਦੇ ਸਾਂ ਉਹੀ ਫਲ ਅਸਾਂ ਪ੍ਰਾਪਤ ਕਰ ਲਿਆ ਹੈ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ, ਜਿਹੜੇ ਦੁਨੀਆ ਦੇ ਵਿੱਚ ਸ਼ਾਹ ਨੇ, ਬੜੇ ਬੜੇ ਅਮੀਰ ਧਨਾੜ ਬੰਦੇ ਨੇ ਤੇ ਪਾਤਸ਼ਾਹ ਲੋਕ ਨੇ, ਉਹਨਾਂ ਦੇ ਸਿਰ ਦਾ ਵੀ ਮਾਲਕ ਤੂੰ ਹੈ। ਜਪ ਨਾਨਕ ਜੀਵੈ ਨਾਉ ਜਿਉ। ਹਜ਼ੂਰ ਕਹਿੰਦੇ ਨੇ, ਹੈ ਵਾਹਿਗੁਰੂ ਜੀਓ, ਇਹ ਮੈਂ ਨਾਨਕ, ਮੈਂ ਦਾਸ ਆਪ ਜੀ ਦਾ ਨਾਮ ਜਪ ਜਪ ਕੇ ਜੀ ਰਿਹਾ ਹੈ ਪਿਆਰੇ ਜੀਓ। ਆਪੇ ਆਪ ਪਾਇਆ, ਦੂਜਾ ਖੇਲ ਕਰ ਦਿਖਲਾਇਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੋਦੇ ਆਪੇ ਆਪ ਉਪਾਇਆ। ਹੈ ਵਾਹਿਗੁਰੂ ਜੀ, ਤੁਸਾਂ ਇਹ ਸੰਸਾਰ ਆਪਣੇ ਆਪ ਤੋਂ ਹੀ ਉਪਾਇਆ ਪੈਦਾ ਕੀਤਾ ਹੈ, ਦੂਜਾ ਖੇਲ ਕਰ ਦਿਖਲਾਇਆ। ਪਰ ਤੁਸੀਂ ਜਿਹੜਾ ਸੰਸਾਰ ਹੈ ਨਾ, ਕੀਤਾ ਤੇ ਆਪਣੇ ਆਪ ਤੋਂ ਹੀ ਪੈਦਾ ਹੈ, ਤੇ ਪਰ ਇਹ ਇੱਕ ਵੱਖਰਾ ਦੂਜਾ ਖੇਲ ਪੈਦਾ ਕਰਕੇ ਸਾਰਿਆਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਸੱਚੋ ਸੱਚ ਵਰਤਦਾ, ਜਿਸ ਭਾਵੈ ਤਿਸੈ ਬੁਝਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਤੁਸਾਂ ਠੀਕ ਹੈ ਇਸ ਸੰਸਾਰ ਨੂੰ ਆਪਣੇ ਆਪ ਤੋਂ ਪੈਦਾ ਕੀਤਾ ਹੈ ਤੇ ਆਪਣੇ ਨਾਲੋਂ ਵੱਖਰਾ ਇੱਕ ਖੇਲ ਤਮਾਸ਼ਾ ਸੰਸਾਰ ਦਾ ਪ੍ਰਗਟ ਕਰਕੇ ਦਿਖਾਇਆ ਹੈ, ਪਰ ਫਿਰ ਵੀ ਸਭ ਸੱਚੋ ਸੱਚ ਵਰਤਦਾ। ਇਸ ਸੰਸਾਰ ਦੇ ਅੰਦਰ ਵੀ ਉਹ ਸੱਚ ਰੂਪ ਵਾਹਿਗੁਰੂ ਸੱਚ ਨਿਸ਼ਚੈ ਕਰਕੇ ਸਰਬ ਰੂਪ ਹੋ ਕੇ ਵਰਤ ਰਿਹਾ ਹੈ। ਜਿਸ ਭਾਵੈ ਤਿਸੈ ਬੁਝਾਏ ਜਿਉ। ਹੋਏ ਪਿਆਰੇ ਜੀਓ, ਜਿਸ ਨੂੰ ਪਾਉਂਦਾ ਹੈ ਉਸੇ ਨੂੰ ਇਹ ਰਾਜ ਵਾਹਿਗੁਰੂ ਪਰਮੇਸ਼ਰ ਸਮਝਾ ਦਿੰਦਾ ਹੈ। ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਸਭ ਸੱਚੋ ਸੱਚ ਵਰਤਦਾ। ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਕਾਲੈ, ਕਿ ਸਰਬੱਤਰ ਪਾਲੈ। ਪਰ ਹਜ਼ੂਰ ਕਹਿੰਦੇ ਇਹ ਜਿਹੜਾ ਰਹੱਸ ਹੈ,
ਇਹ ਜਿਹੜਾ ਭੇਤ ਹੈ ਜਿਸ ਨੂੰ ਪਾਉਂਦਾ ਹੈ ਉਸੇ ਨੂੰ ਵਾਹਿਗੁਰੂ ਸਮਝਾਉਂਦਾ ਹੈ। ਹਰ ਕੋਈ ਨਹੀਂ ਇਸ ਗੱਲ ਨੂੰ ਜਾਣ ਸਕਦਾ। ਗੁਰ ਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚੁਕਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਪ੍ਰਾਪਤ ਕੀਤਾ ਹੈ। ਤਿੱਥੈ ਮਾਇਆ ਮੋਹ ਚੁਕਾਇਆ। ਜਿੱਥੇ ਵਾਹਿਗੁਰੂ ਪਰਮੇਸ਼ਰ ਆਪ ਆ ਜਾਂਦਾ ਹੈ ਉੱਥੇ ਫਿਰ ਮਾਇਆ ਦਾ ਮੋਹ ਚੁਕਾ ਦਿੰਦੇ, ਕਿਉਂਕਿ ਜਿੱਥੇ ਪਰਮੇਸ਼ਰ ਆ ਜਾਂਦਾ ਨਾ ਉੱਥੇ ਹੋਰ ਕੋਈ ਚੀਜ਼ ਰਹਿ ਹੀ ਨਹੀਂ ਸਕਦੀ। ਜਿਵੇਂ ਜਿੱਥੇ ਸੂਰਜ ਚੜ੍ਹ ਜਾਵੇ ਉੱਥੇ ਹਨੇਰਾ ਨਹੀਂ ਰਹਿ ਸਕਦਾ। ਇਉਂ ਜਦੋਂ ਗੁਰੂ ਦੀ ਕਿਰਪਾ ਦੁਆਰਾ ਅਸੀਂ ਵਾਹਿਗੁਰੂ ਨੂੰ ਪ੍ਰਾਪਤ ਕੀਤਾ, ਸੱਚ ਨੂੰ ਪ੍ਰਾਪਤ ਕੀਤਾ, ਤੇ ਉੱਥੇ ਫਿਰ ਮਾਇਆ ਦਾ ਮੋਹ ਉਸਨੇ ਚੁਕਾ ਦਿੱਤਾ। ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਕਿਰਪਾ ਕਰਕੇ ਆਪੇ ਲਏ ਸਮਾਏ ਜਿਉ। ਹੈ ਪਿਆਰੇ ਜੀਓ, ਵੀ ਗੁਰਮੁਖਾਂ ਨੂੰ ਆਪਣੇ ਨਾਲ ਉਸਨੇ ਅਭੇਦ ਕਰ ਲਿਆ ਹੈ। ਗੋਪੀ ਨੇ ਗੋਆਲਿਆ ਤੁਧ ਆਪੇ ਗੋਏ ਉਠਾ ਲਿਆ। ਗੋਪੀ ਨੇ ਗੋਆਲੀਆ, ਗੋਆਲੀਆ ਪਾਠ ਕਰਨੇ। ਗੋਪੀ ਨੇ ਗੋਆਲੀਆ ਤੁਧ ਆਪੇ ਗੋਏ ਉਠਾ ਲਿਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਗੋਪੀਆਂ ਦਾ ਰੂਪ ਧਾਰਨ ਕੀਤਾ ਸੀ ਤੇ ਆਪ ਹੀ ਨੈ ਜਿਹੜੀ ਜਮਨਾ ਨਦੀ ਸੀ ਉਹਦਾ ਰੂਪ ਧਾਰਨ ਕੀਤਾ। ਤੇ ਗੋਆਲੀਆ ਵੀ ਜਿਹੜਾ ਗਊਆਂ ਨੂੰ ਚਰਾਉਣ ਵਾਲਾ ਗਵਾਲਾ ਕ੍ਰਿਸ਼ਨ ਸੀ, ਕ੍ਰਿਸ਼ਨ ਦਾ ਰੂਪ ਵੀ ਤੁਸਾਂ ਆਪ ਹੀ ਧਾਰਨ ਕੀਤਾ ਸੀ। ਤੁਧ ਆਪੇ ਗੋਏ ਉਠਾ ਲਿਆ। ਤੇ ਤੁਸਾਂ ਆਪ ਹੀ ਗੋਏ ਦਾ ਅਰਥ ਹੈ ਗੋਵਰਧਨ ਪਰਬਤ ਨੂੰ ਆਪਣੀ ਚੀਚੀ ਉਂਗਲ ਤੇ ਚੁੱਕਿਆ ਸੀ। ਇਹਦਾ ਮਤਲਬ ਇਹ ਹੈ ਵੀ ਜਿੰਨੇ ਵੀ ਰੂਪ ਨੇ, ਚਾਹੇ ਅਵਤਾਰਾਂ ਦੇ ਨੇ ਤੇ ਚਾਹੇ ਆਮ ਸਾਧਾਰਨ ਮਨੁੱਖਾਂ ਦੇ ਨੇ ਤੇ ਚਾਹੇ ਪਸ਼ੂ ਪੰਛੀ ਹੋਰ ਜੀਵਾਂ ਦੇ ਵੀ ਨੇ, ਇਹ ਸਾਰੇ ਵਾਹਿਗੁਰੂ ਨੇ ਆਪ ਹੀ ਧਾਰਨ ਕੀਤੇ ਨੇ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕੋਈ ਇਹ ਨਾ ਸਮਝ ਲਵੇ ਵੀ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕ੍ਰਿਸ਼ਨ ਨੂੰ ਪਰਮੇਸ਼ਰ ਦਾ ਅਵਤਾਰ ਦੱਸ ਰਹੇ ਨੇ। ਨਹੀਂ, ਸਤਿਗੁਰੂ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਉਹਦਾ ਰੂਪ ਹੈ, ਸਭ ਸੱਚੋ ਸੱਚ ਵਰਤਦਾ। ਉਸ ਲਿਹਾਜ਼ ਦੇ ਨਾਲੇ ਕਹਿ ਰਹੇ ਨੇ ਵੀ ਤੁਸਾਂ ਆਪ ਹੀ ਗੋਪੀਆਂ ਦਾ ਰੂਪ ਧਾਰਨ ਕੀਤਾ ਤੇ ਆਪ ਹੀ ਨੈ ਨਦੀ ਜਮਨਾ ਨਦੀ ਹੋ ਗਏ ਤੇ ਆਪ ਹੀ ਗਵਾਲੀਆ ਕ੍ਰਿਸ਼ਨ ਬਣ ਕੇ ਉੱਥੇ ਬੰਸਰੀ ਵਜਾਈ ਤੇ ਰਸਾਂ ਪਾਈਆਂ। ਤੁਧ ਆਪੇ ਗੋਏ ਉਠਾ ਲਿਆ। ਤੁਸਾਂ ਆਪ ਹੀ ਗੋਏ ਦਾ ਅਰਥ ਹੈ ਉਹਨੇ ਤਾਂ ਕੇਵਲ ਗੋਵਰਧਨ ਪਰਬਤ ਨੂੰ ਹੱਥ ਤੇ ਉਂਗਲ ਤੇ ਚੁੱਕਿਆ ਸੀ, ਪਰ ਤੁਸਾਂ ਗੋਏ ਦਾ ਅਰਥ ਹੈ ਸਾਰੀ ਪ੍ਰਿਥਵੀ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੀ ਉਂਗਲ ਤੇ ਉਠਾਇਆ ਹੋਇਆ ਹੈ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜਿਉ। ਹੇ ਵਾਹਿਗੁਰੂ ਜੀ, ਤੁਸਾਂ ਆਪਣੇ ਹੁਕਮ ਦੇ ਵਿੱਚ ਹੀ ਸਾਰੇ ਭਾਂਡਿਆਂ ਨੂੰ ਸਾਜਿਆ ਹੈ। ਭਾਂਡੇ ਤੋਂ ਮੁਰਾਦ ਹੈ ਸ਼ਰੀਰਾਂ ਦੀ। ਆ ਜਿੰਨੇ ਸ਼ਰੀਰ ਨੇ ਸਾਰੇ ਭਾਂਡੇ ਨੇ। ਸਤਿਗੁਰੂ ਮਹਾਰਾਜ ਦੇ ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਜਿਨ ਕੋ ਭਾਂਡਾ ਪਾਓ ਤਿਨਾ ਸਵਾਰ ਸੀ, ਸੁਖੀ ਕਰੈ ਪਸਾਓ ਦੁਖ ਵਿਸਾਰ ਸੀ। ਤੇ ਨਾਲ ਇਹ ਵੀ ਲਿਖਿਆ, ਭਾਂਡਾ ਆਤਮ ਲੀਨ ਧੋਤਾ ਹੱਛਾ ਨਾ ਹੋਏ ਸੀ। ਇਹ ਹੁਕਮ ਦੇ ਵਿੱਚ ਹੀ ਭਾਂਡੇ ਸ਼ਰੀਰ ਰਚੇ ਹਨ। ਤੂੰ ਆਪੇ ਭੰਨ ਸਵਾਰ ਜਿਉ। ਹੈ ਵਾਹਿਗੁਰੂ ਜੀਓ, ਤੂੰ ਆਪ ਹੀ ਇਹਨਾਂ ਭਾਂਡਿਆਂ ਨੂੰ ਭੰਨ ਕੇ ਤੇ ਫਿਰ ਇਹਨਾਂ ਨੂੰ ਸਵਾਰ ਜਿਉ ਫਿਰ ਬਣਾ ਦੇਣਾ। ਆ ਜਿੰਨੇ ਵੀ ਸ਼ਰੀਰ ਨੇ, ਜਾਂ ਭੱਜੈ ਤਾਂ ਠੀਕਰ ਹੋਵੇ, ਜਦੋਂ ਇੱਕ ਵਾਰੀ ਟੁੱਟ ਜਾਂਦੇ ਨੇ ਤੇ ਫਿਰ ਠੀਕਰ ਬਣ ਜਾਂਦਾ। ਤੇ ਵਾਹਿਗੁਰੂ ਇੰਨਾ ਸਮਰੱਥ ਹੈ, ਆਪੇ ਭੰਨ ਸਵਾਰ ਜੀਓ। ਤੇ ਫਿਰ ਉਹਨਾਂ ਭਾਂਡਿਆਂ ਨੂੰ ਭੰਨ ਕੇ ਤੇ ਫਿਰ ਉਹਨਾਂ ਨੂੰ ਬਣਾ ਦਿੰਦਾ। ਇੱਕ ਪਾਸੇ ਸ਼ਰੀਰ ਨਾਸ ਹੁੰਦੇ ਨੇ ਤੇ ਦੂਸਰੇ ਪਾਸੇ ਨਵੇਂ ਸ਼ਰੀਰ ਪੈਦਾ ਹੋ ਜਾਂਦੇ ਹਨ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਸਤਿਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ ਹੈ ਤੇ ਦੂਜਾ ਭਾਉ ਚੁਕਾਇਆ, ਉਹਨਾਂ ਨੇ ਜਿਹੜਾ ਦੂਜਾ ਭਾਉ ਸੀ, ਦ્વੈਤ ਭਾਵ ਸੀ, ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜਾ ਪ੍ਰੇਮ ਸੀ, ਉਹਨੂੰ ਆਪਣੇ ਅੰਦਰੋਂ ਨਾਸ ਕਰ ਦਿੱਤਾ। ਨਿਰਮਲ ਜੋਤ ਤਿਨ ਪ੍ਰਾਣੀਆ ਓਏ ਚੱਲੇ ਜਨਮ ਸਵਾਰ ਜਿਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਪ੍ਰਾਣੀਆਂ ਦੀ, ਉਹਨਾਂ ਰੂਹਾਂ ਦੀ, ਉਹਨਾਂ ਮਹਾਂਪੁਰਖਾਂ ਦੀ ਜੋਤ
ਬਹੁਤ ਨਿਰਮਲ ਹੁੰਦੀ ਹੈ। ਜੋ ਤੋਂ ਮੁਰਾਦ ਹੈ ਆਤਮਾ, ਜੋ ਤੋਂ ਮੁਰਾਦ ਹੈ ਬੁੱਧੀ, ਉਹਨਾਂ ਦੀ ਰੂਹ ਬਹੁਤ ਪਵਿੱਤਰ ਹੋ ਜਾਂਦੀ ਹੈ। ਉਹ ਚੱਲੇ ਜਨਮ ਸਵਾਰ ਜਿਉ, ਉਹ ਆਪਣੇ ਇਸ ਜਨਮ ਨੂੰ ਸਵਾਰ ਕੇ ਪਰਲੋਕ ਨੂੰ ਜਾਂਦੇ ਹਨ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ ਸੱਚਾ ਪਿੜ ਮਲਿਆ। ਇਹ ਗੁਰਮੁਖਾਂ ਦੀ ਗੱਲ ਹੈ ਵੀ ਉਹਨਾਂ ਦੀ ਜਿਹੜੀ ਜੋਤ ਆਤਮਾ ਹੈ, ਰੂਹ ਹੈ, ਬੁੱਧੀ ਹੈ, ਬਹੁਤ ਨਿਰਮਲ ਹੋ ਜਾਂਦੀ ਹੈ। ਉਹ ਆਪਣੇ ਮਨੁੱਖਾ ਜਨਮ ਨੂੰ ਸਵਾਰ ਕੇ ਇਸ ਨੂੰ ਸਫਲਾ ਕਰਕੇ ਜਾਂਦੇ ਹਨ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦਿਹੈ ਵਡਿਆਈਆਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੇਰੀਆਂ ਸਦਾ ਸਦਾ ਚੰਗਿਆਈਆਂ। ਹੇ ਵਾਹਿਗੁਰੂ ਜੀ, ਤੇਰੀਆਂ ਸਦਾ ਸਦਾ ਚੰਗਿਆਈਆਂ ਹੋ ਰਹੀਆਂ ਨੇ। ਭਾਵ ਜੋ ਵੀ ਤੂੰ ਕਰਦਾ ਹੈ ਉਹ ਭਲਾ ਹੀ ਕਰਦਾ ਹੈ। ਕੋਈ ਵੀ ਐਸਾ ਕੰਮ ਤੂੰ ਨਹੀਂ ਕਰਦਾ ਜਿਸ ਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਤੇਰੀਆਂ ਤੇ ਸਦਾ ਸਦਾ ਹੀ ਚੰਗਿਆਈਆਂ ਸਾਨੂੰ ਪ੍ਰਾਪਤ ਹੋ ਰਹੀਆਂ ਨੇ। ਮੈਂ ਰਾਤ ਦੇਹ ਵਡਿਆਈਆਂ, ਇਸੇ ਲਈ ਮੈਂ ਰਾਤ ਵੀ ਤੇ ਦਿਨ ਵੀ ਹਮੇਸ਼ਾ ਤੁਹਾਡੀਆਂ ਵਡਿਆਈਆਂ ਹੀ ਕਰਦਾ ਰਹਿਣਾ ਹਾਂ, ਕਿਉਂਕਿ ਤੇਰੇ ਵੱਲੋਂ ਸਾਨੂੰ ਹਮੇਸ਼ਾ ਹਮੇਸ਼ਾ ਚੰਗਿਆਈਆਂ ਪ੍ਰਾਪਤ ਹੋ ਰਹੀਆਂ ਨੇ। ਇਸੇ ਲਈ ਮੈਂ ਰਾਤ ਦਿਨ ਤੁਹਾਡੀਆਂ ਵਡਿਆਈਆਂ ਕਰ ਰਿਹਾ ਹਾਂ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜਿਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਹਾਡਾ ਇੱਕ ਬਹੁਤ ਵੱਡਾ ਗੁਣ ਹੈ। ਕਿਹੜਾ? ਅਣ ਮੰਗਿਆ ਦਾਨ ਦੇਵਣਾ। ਤੁਸੀਂ ਮੂੰਹੋਂ ਕੋਈ ਬੋਲ ਕੇ ਮੰਗੇ ਚਾਹੇ ਨਾ ਮੰਗੇ, ਜੋ ਵੀ ਮਨ ਵਿੱਚ ਆਦਮੀ ਕੋਈ ਇੱਛਾ ਕਰੇ, ਮਨ ਦੇ ਵਿੱਚ ਫੁਰਨਾ ਕਰੇ, ਉਹਨੂੰ ਕਹਿੰਦੇ ਅਣ ਮੰਗਿਆ ਦਾਨ। ਤੂੰ ਅਣ ਮੰਗਿਆ ਦਾਨ ਵੀ ਦੇਣ ਵਾਲਾ ਹੈ। ਕਹੋ ਨਾਨਕ ਸੱਚ ਸੰਭਾਲ ਜਿਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਹ ਸੱਚ ਸਰੂ ਵਾਹਿਗੁਰੂ ਨੂੰ ਹਮੇਸ਼ਾ ਲਈ ਭਾਈ ਯਾਦ ਕਰਨਾ ਚਾਹੀਦਾ ਹੈ, ਜਿਹੜਾ ਅਣ ਮੰਗਿਆ ਦਾਨ ਸਾਨੂੰ ਦੇਣ ਵਾਲਾ ਹੈ। ਦੂਸਰਾ ਅਣ ਮੰਗਿਆ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਜਿਹੜਾ ਬਿਨਾਂ ਮੰਗਿਆ, ਬਿਨਾਂ ਮੰਗਿਆ ਵਾਹਿਗੁਰੂ ਪਰਮੇਸ਼ਰ ਦਾਨ ਦੇਣ ਵਾਲਾ ਹੈ। ਬਿਨਾਂ ਮੰਗਿਆ ਦਾਨ ਕਿਹੜਾ ਵਾਹਿਗੁਰੂ ਨੇ ਦਿੱਤਾ ਹੈ? ਆਹ ਦੇਖ ਲਓ, ਸਾਨੂੰ ਸਰੀਰ ਹੈ, ਸੁਆਸ ਨੇ, ਇੰਦਰੀਏ ਹਨ, ਇਹ ਬਿਨਾਂ ਮੰਗਿਆ ਹੀ ਸਾਨੂੰ ਸਭ ਕੁਝ ਮਿਲਿਆ ਹੋਇਆ ਨਾ। ਤੇ ਬਾਕੀ ਜਦੋਂ ਕੋਈ ਬੱਚਾ ਛੋਟਾ ਹੁੰਦਾ ਹੈ, ਉਹ ਕੁਝ ਮੰਗ ਤੇ ਸਕਦਾ ਨਹੀਂ, ਬੋਲ ਵੀ ਨਹੀਂ ਸਕਦਾ ਮੰਗਣਾ ਕੀ ਹੈ, ਤੇ ਉਹਨੂੰ ਵੀ ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਭਾਵੇਂ ਮਾਤਾ ਪਿਤਾ ਦੇ ਹੀ ਰਾਹੀਂ ਉਹਨੂੰ ਸਭ ਕੁਝ ਮਿਲਦਾ ਹੈ। ਕੱਪੜੇ ਵੀ ਮਿਲਦੇ ਨੇ, ਖੁਰਾਕ ਵੀ ਮਿਲਦੀ ਹੈ, ਦੁੱਧ ਵੀ ਮਿਲਦਾ ਹੈ, ਹੋਰ ਵੀ ਸੁੱਖ ਸਹੂਲਤਾਂ ਸਾਰੀਆਂ ਉਸ ਨੂੰ ਮਿਲਦੀਆਂ ਨੇ। ਉਹ ਅਣਮੰਗਿਆ ਦਾਨ ਹੈ। ਬੱਚਾ ਕਿਹੜਾ ਮੰਗ ਸਕਦਾ ਹੈ, ਪਰ ਅਸੀਂ ਉਹਨੂੰ ਸਾਰਾ ਕੁਝ ਦਿੰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਭਾਈ ਆਪਣੇ ਭਗਤਾਂ ਨੂੰ, ਮਹਾਂਪੁਰਖਾਂ ਨੂੰ, ਚਾਹੇ ਉਹ ਮੰਗਣ ਚਾਹੇ ਨਾ ਮੰਗਣ, ਤੇ ਉਹ ਬਿਨਾਂ ਮੰਗਿਆਂ ਤੋਂ ਹੀ ਉਹਨਾਂ ਨੂੰ ਦਾਨ ਦਿੰਦਾ ਹੈ। ਤੇ ਇੱਕ ਐਸਾ ਵੀ ਦਾਨ ਹੈ ਜਿਸ ਨੂੰ ਪ੍ਰਾਪਤ ਕਰਕੇ ਮੰਗਣ ਦੀ ਭੁੱਖ ਵੀ ਖਤਮ ਹੋ ਜਾਂਦੀ ਹੈ। ਵੈਣ ਤਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਹ ਹੈ ਨਾਮ ਦਾ ਦਾਨ, ਅਣ ਮੰਗਿਆ ਦਾਨ ਦੇਵਣਾ। ਉਹ ਵਾਹਿਗੁਰੂ ਉਹ ਦਾਨ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ। ਉਹ ਅਣਮੰਗਿਆ ਦਾਨ ਨਾਮ ਦਾ ਵੀ ਦੇਣ ਵਾਲਾ ਹੈ ਵਾਹਿਗੁਰੂ। ਕਹੋ ਨਾਨਕ ਸੱਚ ਸੰਭਾਲ ਜਿਓ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਦੁਨੀਆ ਦੇ ਲੋਗੋ, ਵੀ ਉਹ ਸੱਚ ਰੂ ਵਾਹਿਗੁਰੂ ਨੂੰ ਹਮੇਸ਼ਾ ਲਈ ਯਾਦ ਕਰੋ। ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ ਕਰੋ, ਹਰ ਵੇਲੇ ਉਸ ਦਾ ਸ਼ੁਕਰਾਨਾ ਕਰੋ। ਹੁਣ ਵੇਖ ਲਓ, ਜੇ ਕੋਈ ਮਨੁੱਖ ਕੋਈ ਮਾੜੀ ਮੋਟੀ ਸਾਡੀ ਕੋਈ ਹੈਲਪ ਕਰ ਦੇਵੇ, ਕੋਈ ਮਾੜੀ ਮੋਟੀ ਕੋਈ ਚੀਜ਼ ਸਾਨੂੰ ਦੇ ਦੇਵੇ, ਤੇ ਆਪਾਂ ਉਸ ਦਾ ਧੰਨਵਾਦ ਕਰਦੇ ਹਾਂ, ਥੈਂਕ ਯੂ ਕਹਿੰਦੇ ਹਾਂ। ਪਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਅਣ ਮੰਗਿਆ ਸਾਨੂੰ ਦਾਨ ਦਿੱਤਾ ਹੈ, ਇੰਨਾ ਦਾਨ ਦਿੱਤਾ, ਮੰਗਣ ਦੀ ਲੋੜ ਵੀ ਨਹੀਂ ਛੱਡੀ, ਤੇ ਉਹਦਾ ਵੀ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕਹੋ ਨਾਨਕ ਸੱਚ ਸੰਭਾਲ ਜਿਓ। ਇਸੇ ਲਈ ਮਹਾਂਪੁਰਖ ਕਹਿੰਦੇ ਸਨ ਵੀ ਜੇ ਆਪਾਂ ਕਿਸੇ ਆਦਮੀ ਕੋਲੋਂ ਮੁੱਲ ਵੀ ਚੀਜ਼ ਲੈਨੇ ਹਾਂ ਤਾਂ ਵੀ ਉਸ ਦਾ ਧੰਨਵਾਦ ਕਰਦੇ ਹਾਂ, ਪਰ ਜਿਸ ਦਾਤੇ ਨੇ ਸਾਨੂੰ ਸਾਰਾ ਕੁਝ ਹੀ ਫ੍ਰੀ ਦਿੱਤਾ ਹੈ, ਅਣ ਮੰਗਿਆ ਦਿੱਤਾ ਹੈ, ਤੇ ਉਹਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ, ਪਰ ਅਸੀਂ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਦੁਨੀਆ ਦਾ ਆਦਮੀ ਕੋਈ ਸਾਡੀ ਮਦਦ ਕਰੇ, ਉਹਦਾ ਤੇ ਅਹਿਸਾਨ ਅਸੀਂ ਕਦੀ ਭੁੱਲਦੇ ਨਹੀਂ। ਤੇ ਜਿਸ ਅਕਾਲ ਪੁਰਖ ਨੇ ਸਾਨੂੰ ਇੰਨਾ ਦਾਨ ਦਿੱਤਾ ਹੋਇਆ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਉਹਦਾ ਦਿੱਤਾ ਦਾਨ ਕਦੇ ਮੁੱਕਦਾ ਵੀ ਨਹੀਂ,
ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨੰਦੀਆਂ ਸਭ ਅੰਗ, ਪਰ ਅਸੀਂ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਤੇ ਸਤਿਗੁਰੂ ਕਹਿੰਦੇ ਭਾਈ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਠੀਕ ਹੈ, ਵਾਹਿਗੁਰੂ ਦੇ ਦਿੱਤੇ ਦਾਨ ਦਾ ਅਸੀਂ ਕੋਈ ਇਵਜ਼ਾਨਾ ਤੇ ਨਹੀਂ ਦੇ ਸਕਦੇ। ਪਹਿਲੀ ਗੱਲ, ਸਾਡੇ ਕੋਲੇ ਆਪਣਾ ਹੈ ਵੀ ਕੀ ਜੋ ਉਸ ਨੂੰ ਅਸੀਂ ਦੇ ਸਕੀਏ। ਸਤਿਗੁਰੂ ਤਾਂ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਸਾਡਾ ਆਪਣਾ ਤੇ ਕੁਝ ਹੈ ਨਹੀਂ, ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਨੇ, ਪਰ ਉਹਦੇ ਕੋਲੋਂ ਸਭ ਕੁਝ ਲੈ ਕੇ ਤੇ ਅਸੀਂ ਦਸਵੰਧ ਵੀ ਨਹੀਂ ਉਹਨੂੰ ਦੇ ਸਕਦੇ, ਅਸੀਂ ਉਸ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦੇ ਤੇ ਅਸੀਂ ਉਹਦਾ ਧੰਨਵਾਦ ਵੀ ਨਹੀਂ ਕਰ ਸਕਦੇ। ਇਸ ਤੋਂ ਵੱਡੀ ਹੋਰ ਅਕਿਰਤ ਘਣਤਾ ਸਾਡੀ ਕੀ ਹੋ ਸਕਦੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਅਣਮੰਗਿਆ ਦਾਨ ਦੇਣ ਵਾਲਾ ਦਾਤਾ ਹੈ ਤੇ ਉਹਨੂੰ ਹਮੇਸ਼ਾ ਲਈ ਸੱਚ ਸਰੂਪ ਨੂੰ ਯਾਦ ਕਰਨਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਇੱਥੇ ਹੁਣ ਕਥਾ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਦੇਹ ਵਡਿਆਈਆਂ। ਅਣਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸਮਾਲ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।